ਅੰਮ੍ਰਿਤ ਰੂਪ ਬਾਣੀ ਦਾ ਕੀਰਤਨ ਹੋਇਆ ਹੈ। ਸ਼੍ਰੀਮਾਨ ਸੰਤ ਗਿਆਨੀ ਕਪੂਰ ਸਿੰਘ ਜੀ ਜੋ ਮੌਜੂਦਾ ਇਸ ਸਥਾਨ ਦੇ ਮੁਖੀ ਹਨ, ਉਹਨਾਂ ਨੇ ਆਏ ਹੋਏ ਪਾਵਨ ਸ਼੍ਰੀ ਮੁਖ ਵਾਕ ਦੀ ਆਪ ਸੰਗਤਾਂ ਨੂੰ ਕਥਾ ਸਰਵਣ ਕਰਵਾਈ। ਬਾਹਰ ਪੰਡਾਲ ਵਿੱਚ ਦੀਵਾਨ ਸਜੇ, ਆਪ ਸੰਗਤਾਂ ਖੁੱਲ੍ਹੇ ਦੀਵਾਨ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ। ਰਾਗੀ ਸਿੰਘਾਂ ਨੇ ਕੀਰਤਨ ਦੁਆਰਾ ਮਹਾਂਪੁਰਖਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ। ਹੋਰ ਵੀ ਮਹਾਂਪੁਰਖਾਂ ਨੇ ਹਾਜ਼ਰੀਆਂ ਭਰੀਆਂ ਤੇ ਭਰ ਰਹੇ ਹਨ। ਦਾਸ ਨੂੰ ਹੁਕਮ ਹੋਇਆ ਹੈ, ਕੁਝ ਸਮਾਂ ਉਹਨਾਂ ਸਤਿਪੁਰਸ਼ਾਂ ਦੇ ਜੀਵਨ ਦੇ ਸੰਬੰਧ ਵਿੱਚ ਵਿਚਾਰਾਂ ਕਰੀਏ। ਉਹਨਾਂ ਮਹਾਂਪੁਰਖਾਂ ਦੀ ਗੱਲ ਕਰਨੀ ਬਹੁਤ ਮੁਸ਼ਕਲ ਨਹੀਂ, ਨਾਮੁਮਕਿਨ ਜੀ ਜਾਪਦੀ। ਕਿਉਂ? ਸਤਿਗੁਰੂ ਦੀ ਪਵਿੱਤਰ ਬਾਣੀ ਦਾ ਫੈਸਲਾ ਹੈ, ਸੰਤਨ ਕੀ ਮਹਿਮਾ ਕਵਨ ਬਖਾਨੋ, ਅਗਾਧ ਬੋਧ ਕਿਛ ਮਿਤ ਨਹੀਂ ਜਾਨੋ। ਆਠ ਪਹਿਰ ਪ੍ਰਭ ਬਸੈ ਹਜੂਰੇ, ਕਹੋ ਨਾਨਕ ਸਈ ਜਨ ਪੂਰੇ। ਜਿਹੜੇ ਪਰਮੇਸ਼ਰ ਦੇ ਪਿਆਰੇ ਮਹਾਂਪੁਰਖ ਅੱਠੇ ਪਹਿਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਹਾਜ਼ੂਰੀ ਵਿੱਚ ਰਹਿੰਦੇ ਸਨ, ਉਹਨਾਂ ਸਤਿਪੁਰਸ਼ਾਂ ਦੀ ਮਹਿਮਾ ਬਿਆਨ ਕਰਨੀ ਮੁਸ਼ਕਲ ਨਹੀਂ, ਬਲਕਿ ਅਸੰਭਵ ਦੀ ਗੱਲ ਹੈ। ਜਿਹੜੀ ਨਦੀ ਸਾਗਰ ਵਿੱਚ ਰਲ ਗਈ, ਉਸ ਨਦੀ ਬਾਰੇ ਕੁਝ ਵੀ ਕਹਿਣਾ ਬਹੁਤ ਔਖੀ ਗੱਲ ਹੋ ਜਾਂਦੀ। ਸਿੱਧਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਸਵਾਲ ਕੀਤਾ ਸੀ, ਐ ਗਰੀਬ ਨਵਾਜ਼ ਸਤਿਗੁਰੂ ਜੀ, ਜਿਹੜੇ ਰੱਬ ਦੇ ਪਿਆਰੇ ਰੱਬ ਦੀ ਸਿਫਤ ਸਲਾਹ ਕਰਦੇ ਹਨ, ਫਿਰ ਉਹਨਾਂ ਨੂੰ ਕਿਹੜੀ ਪਦਵੀ, ਕਿਹੜੀ ਅਵਸਥਾ, ਕਿਹੜੀ ਮੁਕਤੀ ਪ੍ਰਾਪਤ ਹੁੰਦੀ ਹੈ? ਤਾਂ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਜਵਾਬ ਦਿੱਤਾ। ਆਪਾਂ ਜਪਜੀ ਸਾਹਿਬ ਬਾਣੀ ਪੜ੍ਹਦੇ ਹਾਂ, ਉਹਦੇ ਵਿੱਚ ਫਰਮਾਉਂਦੇ ਹਨ, ਸਾਹ ਲਾਹੀ ਸਾਹ ਲਾਹੇ ਏਤੀ ਸੁਰਤ ਨ ਪਾਈਆ, ਨਦੀਆਂ ਅਤੇ ਵਾਹ ਅਵਹਿ ਸਮੁੰਦ ਨਾ ਜਾਣੀਆਂ। ਜਿਹੜੀ ਨਦੀਆਂ ਤੇ ਨਾਲੇ ਸਮੁੰਦਰ ਵਿੱਚ ਰਲ ਗਏ ਨੇ, ਉਹਨਾਂ ਦੀ ਗੱਲ ਕਰਨੀ ਬਹੁਤ ਔਖੀ ਹੈ। ਸਾਹ ਲਾਹੇ ਜਿਹੜੀਆਂ ਗੁਰਮੁਖ ਰੂਹਾਂ ਸਲਾਹੁਣ ਜੋ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਲਾਹਤ ਕਰਦੇ ਹਨ, ਉਹਨਾਂ ਦੀ ਗੱਲ ਕਰਨੀ ਵੀ ਬਹੁਤ ਔਖੀ। ਸਾਧ ਕੀ ਸੋਭਾ ਸਾਧ ਬਣੇ ਆਈ, ਨਾਨਕ ਸਾਧ ਪ੍ਰਭੂ ਭੇਦ ਨਾ ਪਾਈ। ਦਾਸ ਮਹਾਂਪੁਰਖਾਂ ਦੇ ਜੀਵਨ ਦੇ ਵਿੱਚੋਂ ਕਿਣਕਾ ਮਾਤਰ ਕੁਛ ਉਹਨਾਂ ਦੀ ਮਹਿਮਾ ਵਡਿਆਈ ਬਿਆਨ ਕਰਨ ਦੀ ਕੋਸ਼ਿਸ਼ ਕਰੇਗਾ, ਪਰ ਸੰਪੂਰਨ ਤੌਰ ਤੇ ਮਹਾਂਪੁਰਖਾਂ ਦੀ ਮਹਿਮਾ ਬਿਆਨ ਨਹੀਂ ਹੋ ਸਕਦੀ। ਇੱਕ ਵਾਰ ਦੀ ਘਟਨਾ ਹੈ। ਮਹਾਂਪੁਰਖ ਬਠਿੰਡੇ ਦੇ ਇਲਾਕੇ ਵਿੱਚ ਥੇੜੀ ਪਿੰਡ ਹੈ। ਉੱਥੇ ਕਲਗੀਧਰ ਪਾਤਸ਼ਾਹ ਸਾਹਿਬੇ ਕਮਾਲ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਹਾਜ਼ੂਰ ਨੇ ਚਰਨ ਪਾਏ। ਮਹਾਂਪੁਰਖ ਉਸ ਨਗਰ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਲਈ ਗਏ। ਉੱਥੇ ਸਰੋਵਰ ਦੀ ਸੇਵਾ ਵੀ ਕਰਵਾਈ। ਕਾਫੀ ਸਮਾਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਦੇ ਰਹੇ। ਉਸ ਵੇਲੇ ਮਹਾਂਪੁਰਖਾਂ ਦੇ ਨਾਲ ਜਿਹੜੇ ਉਸ ਸਮੇਂ ਦੇ ਵਿਦਿਆਰਥੀ ਸਨ, ਮਹਾਂਪੁਰਖਾਂ ਦੇ ਉੱਤਰਾਧਿਕਾਰੀ ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹ ਵੀ ਨਾਲ ਸਨ। ਸ਼੍ਰੀਮਾਨ ਸੰਤ ਬਾਬਾ ਇੰਦਰ ਸਿੰਘ ਜੀ ਮਹਾਂਪੁਰਖਾਂ ਦੇ ਛੋਟੇ ਭਰਾਤਾ ਵੀ ਨਾਲ ਸਨ। ਸ਼੍ਰੀਮਾਨ ਸੰਤ ਬਾਬਾ ਨਰੈਣ ਸਿੰਘ ਜੀ ਗੁਰਦੁਆਰਾ ਕਲਿਆਣ ਸਾਹਿਬ ਲੁਧਾਈਕਿਆਂ ਵਾਲੇ ਵੀ ਨਾਲ ਸਨ। ਸ਼੍ਰੀਮਾਨ
ਸੰਤ ਬਾਬਾ ਅਜਾਇਬ ਸਿੰਘ ਜੀ ਬੂਪਾ ਰਾਏ ਕਲਾਂ ਤੁਹਾਡੇ ਨਗਰ ਦੇ, ਉਹ ਵੀ ਨਾਲ ਸਨ। ਤੇ ਨਾਲ ਹੀ ਤੁਹਾਡੇ ਨਗਰ ਦੇ ਇੱਕ ਬਜ਼ੁਰਗ, ਜਿਨ੍ਹਾਂ ਨੂੰ ਤੁਸੀਂ ਵੀ ਬਹੁਤਿਆਂ ਨੇ ਸਾਧਾਰਨ ਰੂਪ ਦੇ ਵਿੱਚ ਜ਼ਰੂਰ ਵੇਖਿਆ ਹੋਣਾ, ਬਾਬਾ ਦਸੌਂਧਾ ਸਿੰਘ ਜੀ, ਉਹ ਵੀ ਨਾਲ ਸਨ। ਮਹਾਂਪੁਰਖਾਂ ਦੇ ਜਥੇ ਨਾਲ ਉਹੀ ਵਿਦਿਆਰਥੀ ਰਹਿ ਸਕਦੇ ਸਨ ਜੋ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਸਨ ਤੇ ਨਾਲ ਦੀ ਨਾਲ ਨਿਤਨੇਮ ਤੋਂ ਇਲਾਵਾ ਵੱਧ ਤੋਂ ਵੱਧ ਬਾਣੀ ਪੜ੍ਹਦੇ ਸਨ, ਸਿਮਰਨ ਕਰਦੇ ਸਨ ਜਾਂ ਪੰਜ ਗ੍ਰੰਥੀ ਦਾ ਪਾਠ ਕਰਦੇ ਸਨ। ਹੁਣ ਮਹਾਂਪੁਰਖ ਜਦੋਂ ਉੱਥੇ ਸੇਵਾ ਕਰਵਾ ਰਹੇ ਸਨ, ਇੱਕ ਉੱਥੇ ਅਜੀਬ ਜੀ ਘਟਨਾ ਵਾਪਰੀ, ਜੋ ਤੁਹਾਡੇ ਨਗਰ ਦੇ ਬਾਬਾ ਦਸੌਂਧਾ ਸਿੰਘ ਜੀ ਹੋਏ ਨੇ। ਉਹਨਾਂ ਨੇ ਕਿਸੇ ਖਾਸ ਪ੍ਰੇਮੀ ਨੂੰ, ਕਿਸੇ ਖਾਸ ਸੱਜਣ ਨੂੰ ਉਹਨਾਂ ਨੇ ਉਸ ਘਟਨਾ ਬਾਰੇ ਦੱਸਿਆ ਸੀ। ਦਾਸ ਉਹ ਘਟਨਾ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹੈ, ਜਿੱਥੋਂ ਮਹਾਂਪੁਰਖਾਂ ਦੀ ਵਡਿਆਈ, ਅਜ਼ਮਤ, ਰੂਹਾਨੀਅਤ ਦਾ ਸਾਨੂੰ ਪਤਾ ਲੱਗੇਗਾ। ਮਹਾਂਪੁਰਖ ਵੱਖਰੇ ਕਮਰੇ ਦੇ ਵਿੱਚ ਆਸਣ ਲਾ ਕੇ ਬਿਰਾਜਦੇ ਸਨ ਤੇ ਨਾਲ ਦੇ ਕਮਰੇ ਵਿੱਚ ਨਾਲ ਦੇ ਵਿਦਿਆਰਥੀ ਸਿੰਘ ਰਹਿੰਦੇ ਸਨ। ਜਿਹੜੇ ਕਮਰੇ ਵਿੱਚ ਬਾਬਾ ਦਸੌਂਧਾ ਸਿੰਘ ਜੀ ਆਰਾਮ ਕਰਦੇ ਸਨ, ਅਚਾਨਕ ਇੱਕ ਦਿਨ ਰਾਤ ਨੂੰ ਹੜਬੜਾ ਕੇ ਉੱਠੇ ਤੇ ਮਹਾਂਪੁਰਖ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਨੂੰ ਕਹਿਣ ਲੱਗੇ, ਗਿਆਨੀ ਜੀ ਛੇਤੀ ਆਓ, ਸਿੰਘ ਚੱਲੇ। ਵਾਹੋ ਦਾਹੀ ਮਹਾਂਪੁਰਖ ਆਪਣੇ ਆਸਣ ਤੋਂ ਉੱਠੇ ਤੇ ਨਾਲ ਹੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਖ ਬਾਬਾ ਦਸੌਂਧਾ ਸਿੰਘ ਜੀ ਦੇ ਪਾਸ ਆ ਗਏ। ਮਹਾਂਪੁਰਖਾਂ ਨੇ ਬਾਬਾ ਦਸੌਂਧਾ ਸਿੰਘ ਦੇ ਮੂੰਹ ਦੇ ਨੇੜੇ ਹੱਥ ਕਰਕੇ ਤੇ ਮੁੱਠੀ ਬੰਦ ਕਰ ਲਈ ਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੂੰ ਕਹਿਣ ਲੱਗੇ, ਤੁਸੀਂ ਜਪਜੀ ਸਾਹਿਬ ਦਾ ਪਾਠ ਕਰੋ। ਉਹਨਾਂ ਨੇ ਜਪਜੀ ਸਾਹਿਬ ਜੀ ਦਾ ਪਾਠ ਆਰੰਭ ਕਰ ਦਿੱਤਾ। ਬਾਬਾ ਦਸੌਂਧਾ ਸਿੰਘ ਨੂੰ ਕੋਈ ਪਤਾ ਨਹੀਂ, ਉਹ ਉਸੇ ਤਰ੍ਹਾਂ ਹੀ ਮੰਜੇ 'ਤੇ ਲੇਟੇ ਹੋਏ ਨੇ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਜਪਜੀ ਸਾਹਿਬ ਦਾ ਪਾਠ ਕਰ ਰਹੇ ਨੇ। ਮਹਾਂਪੁਰਖ ਮੁੱਠੀ ਬੰਦ ਕਰਕੇ ਬਾਬਾ ਦਸੌਂਧਾ ਸਿੰਘ ਦੇ ਕੋਲ ਖੜੇ ਨੇ। ਜਦੋਂ ਜਪਜੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ, ਉਸ ਵੇਲੇ ਮਹਾਂਪੁਰਖਾਂ ਨੇ ਮੁੱਠੀ ਖੋਲ੍ਹੀ ਤੇ ਬਾਬਾ ਦਸੌਂਧਾ ਸਿੰਘ ਜੀ ਦੇ ਮੂੰਹ ਮੂਹਰੇ ਕਰਕੇ ਹੱਥ ਮੁੱਠੀ ਖੋਲ੍ਹੀ। ਉਸ ਵੇਲੇ ਬਾਬਾ ਦਸੌਂਧਾ ਸਿੰਘ ਜੀ ਉੱਠ ਕੇ ਬੈਠ ਗਏ। ਮਹਾਂਪੁਰਖ ਕਹਿਣ ਲੱਗੇ, ਬਾਬਾ ਦਸੌਂਧਾ ਸਿੰਘ ਜੀ ਅੱਜ ਕੀ ਇਹ ਭਾਣਾ ਵਰਤੇ? ਅੱਗੋਂ ਬਾਬਾ ਦਸੌਂਧਾ ਸਿੰਘ ਜੀ ਕਹਿਣ ਲੱਗੇ, ਮਹਾਰਾਜ ਇਹ ਜਿਹੜਾ ਕੌਤਕ ਮੇਰੇ ਨਾਲ ਵਾਪਰਿਆ, ਇਹਦੇ ਬਾਰੇ ਮੈਨੂੰ ਵੀ ਕੁਝ ਨਹੀਂ ਪਤਾ, ਮੈਂ ਵੀ ਨਹੀਂ ਇਹਦੇ ਬਾਰੇ ਕੁਝ ਦੱਸ ਸਕਦਾ। ਮਹਾਂਪੁਰਖ ਕਹਿਣ ਲੱਗੇ, ਫਿਰ ਵੀ ਦੱਸ ਤਾਂ ਸਹੀ। ਬਾਬਾ ਦਸੌਂਧਾ ਸਿੰਘ ਜੀ ਨੇ ਫਿਰ ਇਹ ਆਖਿਆ, ਕਹਿਣ ਲੱਗਾ, ਮਹਾਂਪੁਰਖੋ ਅੱਜ ਮੈਂ ਜਦੋਂ ਰਾਤ ਨੂੰ ਸੌਣ ਲੱਗਿਆ, ਜਾਗੋ ਮਿੱਟੀ ਵਿੱਚ ਸੀ, ਇੱਕ ਬਾਬਰੀਆਂ ਜਿਹਾ ਵਾਲਾ ਸਾਧ ਜਟਾਧਾਰੀ ਉਹ ਮੇਰੇ ਸਾਹਮਣੇ ਆ ਕੇ ਖਲੋ ਗਿਆ। ਉਹਦੇ ਹੱਥ ਵਿੱਚ ਦਾਅ ਵਰਗਾ ਇੱਕ ਸ਼ਸਤਰ ਪਕੜਿਆ ਹੋਇਆ ਸੀ। ਉਹ ਆ ਕੇ ਮੈਨੂੰ ਡਰਾਉਣ ਲੱਗਿਆ, ਧਮਕੀਆਂ ਦੇਣ ਲੱਗਿਆ, ਕਹਿਣ ਲੱਗਾ, ਗੱਲ ਸੁਣ, ਮੈਂ ਬੜੇ ਚਿਰਾਂ ਦਾ ਤੇਰੇ ਮਗਰ ਲੱਗਿਆ ਹੋਇਆ ਸੀ, ਤੂੰ ਮੈਨੂੰ ਕਦੇ ਇਕੱਲਾ ਟੱਕਰਿਆ ਹੀ ਨਹੀਂ, ਅੱਜ ਤੂੰ ਮੇਰੇ ਅੜਕੇ ਆ ਗਈਆਂ, ਅੱਜ ਮੈਂ ਤੈਨੂੰ ਜਿਉਂਦਾ ਨਹੀਂ ਛੱਡਾਂ। ਮੈਨੂੰ ਧਮਕੀਆਂ ਦਿੱਤੀਆਂ। ਫਿਰ ਕਹਿੰਦਾ, ਤੂੰ ਮਹਾਂਪੁਰਖਾਂ ਦੇ ਨਾਲ ਰਹਿਣਾ, ਇਸ ਕਰਕੇ ਮੈਂ ਤੇਰੇ ਨਾਲ ਲਿਹਾਜ਼ ਕਰਦਾ। 3 ਬਚਨ ਨੇ, ਧਿਆਨ ਨਾਲ ਸੁਣ ਲਵੇਂ। ਉਹ 3 ਬਚਨ ਕਿਹੜੇ ਹਨ? ਤੂੰ ਮੇਰੇ ਨਾਲ ਵਾਅਦਾ ਕਰ, ਬਚਨ ਕਰ ਕਿ ਮੈਂ ਸਾਰੀ ਜ਼ਿੰਦਗੀ ਮਹਾਂਪੁਰਖਾਂ ਦੇ ਜਥੇ ਵਿੱਚ ਰਹਿ ਕੇ ਸੇਵਾ ਕਰਾਂਗਾ। ਕੀ ਇਹ ਪ੍ਰਵਾਨ ਹੈ?
बाबा सोंदा सिंह जी कहन लगे, मैं आखिया बई कोई परिवारक मसले भी हुंदे ने, मैं वादा नहीं कर सकता भी सारी उम्र ही महापुरखों के नाल रवांगा, सेवा करांगा। दूसरी गल उसने आखी, जे तू ये वादा पूरा नहीं कर सकता फिर मेरे नाल दूसरा वादा ये करना पवेगा, तू श्वास ग्रास वाहिगुरु का सिमरन करेगा। जिन्ना सास ग्रास ना विसरै, हर नामा मन मंत, धन से सेई नानका पूर्ण सोई संत। देख लै जे श्वास ग्रास सिमरन कर सकदा है तां तेरी जान माफ़ हो सकती है। बाबा सोंदा सिंह जी कहन लगे, महापुरखो मैं आख्या भी ये भी गल औखी है, श्वास ग्रास सिमरन करना ये कोई सौखी गल नहीं, ये तो सतगुरु की अकाल पुरख वाहिगुरु की पूर्ण कृपा होवे ते फिर ही ये दात प्राप्त हो सकती है। फिर तीजी गल उसने आखी, जे तू दो शर्तां पूरियां नहीं कर सकता तो मैं तेरा अज सिर ला देना, हुण वेख लै तिन्नां विचों किहड़ी गल प्रवान है। बाबा सोंदा सिंह कहन लगा, मैं उस वेले उहदे मूहरे मेरे नाल तरला कीता, बई मैं तेरे दो वचन तो पूरे नहीं कर सकता, हुण जिहड़ी तू तीजी गल आखी है, तू हुण मैनूं मारन वास्ते आया तो मार दे, सिर वढ़ना सिर वढ़ दे, मैं तैयार। तो जदों वो मेरे ते सिर वढ़न दे लई उन्हें दाह उस शस्त्र चलाया तो मैं महापुरखों नूं याद किया। महापुरख अपने आसन तो अबड़ वाहे उठ के आए सन, कहन लगा मैं थानू याद किया, महापुरखों नूं याद किया। क्यों? महापुरख रब दे प्यारे सच्चे मित्र होंदे, जिन्हां दसंदणियां दुरमत वंझै, मित्र असाडड़े सेई, हऊं ढूंढेंदी जग सबाया, जन नानक विरले की। नानक कच्चड़ियां स्यों तोड़, ढूंढ सज्जन संत पक्कियां, ओए जीवन दे विछड़ै, ओए मोया ना जाही शो। रब दे प्यारे मरण तो बाद भी साड़ी सहायता करते हैं। हर के संत प्रे प्रीतम प्रभ के, तां कै हर हर गाइयै, नानक इहाँ सुख आग्या मुख उज्जल, संग संतन कै पाई। महापुरखो उन्हें मेरे ते वार कर दिता सी, ते तुसीं आके मैनू नवा जीवन प्रदान किया। उन्हें ते मेरा सिर धड़ तो अलग कर दिता सी, तुसीं आके कोई ऐसी कला वरता दी ते तुसीं मैनू नवा जीवन प्रदान किया। उस वेले महापुरख कहन लगे, बाबा सोंदा सिंह जी बड़ी पुरानी गल है, कई सदियां पुरानी गल है। पहलां तो आपां इकट्ठे तुरे आ रहे सी, कोई समा सी जदों आपां इस इलाके विच पहलां भी कदे आए सी, ये पिछले जन्मां दी गल है। ते साडी प्रभता नूं देख के, टकसाल दी चढ़दी कला नूं देख के ये साध बड़ा मचदा हुंदा सी, ईरखा करदा सी भी टकसाल दे महापुरखों की इन्नी प्रभता, इन्नी वडियाई क्यों हो रही है। हुण भी कई लोग, कई संत महात्मा खोण वाले भी टकसाल नाल जैरस करते हैं भी उन्हां दी इन्नी चढ़ाई क्यों है। ये तो कलगीधर पातशाह की बख्शिश है, उन्हां दी चलाई तो वरसाई हुई टकसाल है, वो आप ही महापुरखों नूं वडियाई बख्शिश करते हैं। इस वास्ते इन्हें साड़ी निंदिया करनी शुरू कर दी, ते तू उस वेले साडे नाल सी, तेरे मन दे विच गुस्सा आया, वीर रस आया भी एक कच्चा पिला साध महापुरखों की निंदिया करदा, ते तू उस वेले इनू गड्डी चढ़ाउण दा प्रोग्राम बना लिया। कोई समा मिलिया, तू इस साध नूं पिछले जन्म दे विच गड्डी चढ़ा दिता सी, सजाए मौत दिती सी, ते फिर ये मन दे विच बदले की भावना उस वेले जाग उठी भी जदों किते हुण मैनू समा मिले, इहने मैनू मारिया तो मैं इहनू मारना, इहने मेरा सिर वड्ढिया मैं इहदा वड्ढना।
अक्सर जदों दुश्मनी पै जाती है गल्लां मन दे विच आउंदियां ने। हुण ਉਹਦੇ मन विच गल सी मैं बदला लैना, वो तेरे कोलों बदला लैण वास्ते आया सी, पर तू साडी संगत करदा सी। साडी संगत दा सदका तू बाणी पढ़दा सी ते सिमरन भी करदा सी। उस बाणी ते सिमरन की शक्ति नाल अज तेरी जान बची है। तुहानूं नगर निवासियों नूं ये भी पता होना है, बाबा दसौंधा सिंह जी अपने गल दे विच साफा वल के पा के हमेशा ही रखते सन। किसी प्रेमी ने पूछा, बाबा जी आम जिहड़े टकसाल दे सिंह ने वो गल दे विच परना पाउंदे ने, पर दोवें लड़ सिद्धे थल्ले नूं लमका के पाउंदे ने, तुसीं गल दे विच वो वल पा के ते तुसीं अपने गल नूं छुपा के ते फिर गल दे विच हमेशा लई साफा रखदे हो, इहदा की कारण है? वो कहण लगे, गुरमुखा ये तो सुभाਅ ही मेरा बनिया होया, बंदे की आदत होंदी है। पर वो कहंदा नहीं महाराज, फिर बाबा जी ने फिर ये आखिया सी बई मैनू महापुरखा ने नवा जीवन दिता सी ते नाल ये आखिया सी साडी ये जिहड़ी घटना है कौतक है, ये किसी नूं दसना नहीं, ते मैं जिन्ना चिर तक महापुरख जिउंदे रहे मैं उन्हां दा वचन मन्निया। हुण मेरा भी अंत समा पता नहीं कदों आ जाना, मैं सोचा कि महापुरखों का कौतक गुझा ना रह जाए, इसलिए मैं तेनों दस रहा हाँ, पर मेरे जिउंदे जी तू भी नहीं किसी नूं दसना। महापुरखों के बचन सन, जिउंदे जी फिर उसने ने भी दसिया, पर जदों बाबा दसौंधा सिंह जी भी चढ़ाई कर गए फिर वो किसी खास गुरमुख प्यारे ने बचन सुनाया। वो कहण लगे, महापुरख कहण लगे भी वो साध नूं तू पिछले जन्म दे विच मारिया सी, वो तेतों बदला लैण आया, पर तू साडी संगत विच आ गया है ते इसलिए तेरी हुण जान बच गई है। हुण तू हमेशा लई साडे नाल ही रहना है, बाणी पढ़नी है, सेवा करनी है ते सिमरन करना। ऐसी उच्ची अवस्था के मालक सन महापुरख। जदों उस साध ने वार किया ना ते बाबा दसौंधा सिंह जी की रूह शरीर विचों बाहर निकली। उस वेले महापुरख अचनचेत वाहो दाही उत्ते पहुँच चुके सन। जदों रूह बाहर निकल के उडारी मारन लगी, महापुरख ने मुट्ठी विच बंद कर ली ते जिन्ना चिर महापुरख संत ज्ञानी गुरबचन सिंह जी जपजी साहिब जी का पाठ करते रहे, बाबा दसौंधा सिंह जी की रूह महापुरखों की मुट्ठी विच पकड़ी हुई सी, उत्थे ही रही। ते जदों जपजी साहिब जी का पाठ पूरा होया, जपजी साहिब के पाठ का महात्म पुरातन महापुरख टकसाल दे ये दसदे ने, मुरदियां में जान पा दिंदा। ये बाणी की शक्ति है। सतगुर मेरा सर्व प्रत पालै, सतगुर मेरा मार जीवा है। हुण सतगुरु समर्थ ने मृतक को पायो तन सासा विचरत आन मिलाया, पशु प्रेत मुक्त पै स्रोते हर नामा मुख गाया। हुण उस मुरदे विच महापुरखों ने दोबारा रूह पा दी। ऐसी वो शक्ति के मालक सन। संतन की महिमा कवन बखानो, अगाध बोध किश मैत नहीं जानो। फिर इत्थे गुरुद्वारा सचखंड की घटना है। संत ददार सिंह जी दुआबे वाले, जिन्होंने अक्सर उन्होंने प्रेमी बाबा जी कह के बुलाते सन, कुछ साल पहला इत्थे महापुरखों के जोड़ मेले ते आए तो उन्होंने एक अपनी हड्डबीती घटना उन्होंने दसी, जिवें बाबा दसौंधा सिंह जी सुनी है ना, तो इस तरह संत ददार सिंह होना ने अपनी जुबानी ये बचन सुनाया। कहण लगे, पहला मैं हरकोवाल संत बाबा ज्वाला सिंह जी कोल गया तो वो कहण लगे, आओ किवें आए हो? कहंदा, महाराज मैं थोड़ी बड़ी महिमा सुनी है, तुसीं महापुरख हो, पूर्ण महापुरख हो, तो मैनू भी अपने वर्गा बना लो। मैं भी संत बनने वास्ते हैं, मैं भी साध बनने वास्ते हैं, मैनू भी संत बना दो। संत बाबा ज्वाला सिंह जी कहण लगे, तुसीं पिंडरां वाले महापुरखों कोल जाओ। उन्होंने इत्थे भेज दिता। महापुरख उस वेले बोपा राय थोड़े नगर विच ही सन। जदों बाबा जी संत ददार सिंह जी उन्होंने पास आए तो आके कहण लगे, सानू हरखो वाली महापुरखों ने थोड़े कोल भेजिया है, दसो किस वास्ते आए हो? उन्होंने उही गल फिर दोहराई
कहन लगा मैं संत बनने वास्ते आया, साध बनने वास्ते आया। गुरमुख साध असाध, साध सदाया। स्वय कारज सिद्धति पर कार्य ताई थी सा साधा। साध वही जग जानिया जाके नहीं उपाध मान। साध नाम निर्मल ताके कर। मैं वो साध बनने वास्ते आया जिहड़ा असाध मन नूं साध लैंदा। मैनूं उहो जिहा साध बनाओ। महापुर कहण लगे तुसीं गुरबाणी की संथਿਆ करो। कहंदा महाराज मैं पाठी जां ग्रंथी नहीं बनना। महापुर कहण लगे ये विद्या की टकसाल है, दमनी टकसाल। तुसीं गुरमत की विद्या पहलां पढ़ो, गुरबाणी द्वारा तुहानूं सब कुछ पता लगेगा किवें संत बनिया जांदा है। पूरा गुर अखियो जाका मंत्र, अमृत दृष्ट पेखै होए संत। ये संत बनने का तरीका है। जदों गुरु की किरपा के पात्र बन जावांगे तो गुरु की अमृतमय दृष्टि साडे ते पवेगी तो फिर संत बनिया जाता है। गल्लां नाल कोई संत नहीं बन सकता। बाबा संत ददार सिंह जी कहन लगे महाराज मेरी पढ़ने की कोई इच्छा ही नहीं, ना मैं विद्या पढ़नी है, ना मैं प्रचारक बनना है, ना मैं ज्ञानी बनना, मैनू तो संत ही बनाओ सीधा। एक महापुरख बचन सुनाते सन। एक भोली जी माई महापुरखों को चली गई तो जाके ढंगी सी नाल कहती महाराज मेरे मुंडे नूं भी कुछ बना दिओ। महापुर कहन लगे माता दस की बनाइए। कहती महाराज तुसीं देख लो जिहड़ा कुछ चंगा हुंदा वो बना दिओ। महापुरख हस के कहन लगे एक चेला हुंदा एक गुरु हुंदा, दस चेला बनाइए कि तेरे पुत नूं गुरु बनाइए। भोली भंडारी माई कहन लगी वड्डा कौन हुंदा? कहंदे वड्डा तां गुरु हुंदा। कहंदी फिर मेरे पुत नूं गुरु ही बना दे। चेला काहनूं बनाउणा, छोटा काहनूं रखना, वड्डा ही बनाओ। फिर गुरु वड्डा हुंदा। हुण इसे तरह संत ददार सिंह जी कहन लगे मैं तां संत ही बनना, मैनूं संत बना दिओ। महापुरख कहन लगे अमृत वेले उठ के अमृत वेला सच नाओ वडियाई विचा। गुर सतगुर का जो सिख अखाए तो पल के उठ हर नाम ते आवे। तुसीं सिमरन करिया करो। सिमरन करना शुरू करता। उधरों कुंभ का मेला आ गया, हरिद्वार का कुंभ सी। संत ददार सिंह जी कहन लगे बई मैं महापुरखों नूं बेनती की महाराज भी कुंभ का मेला आ गया तो जी आग्या दिओ। कुंभ के इशनान का बड़ा फल होंदा तो मैं हरिद्वार जाके गंगा च इशनान करे आवां। महापुर कहन लगे कोई नहीं तेरा इशनान करवा देंगे, धीरज रख। दिन लंघते गए, एक महीने का मेला सी ते जदों 2-4 दिन रह गए तो मेरे मन दे विच कुछ मायूसी जी पैदा हुई। मैं जाके महापुरखों नूं आख ही दिता भी महापुरखो ना तुसीं गए आ ते ना ही मैनूं तुसीं जाण दिता। मेरा तो कुंभ का इशनान रह गया। मैं तो कुंभ के मेले गंगा के इशनान करना सी। पुराने संस्कार सन भी गंगा विच नहा के पाप दूर होते हैं। कुंभ के मेले का कुंभ के इशनान का खास महात्म गिणिया जाता है। महापुर कहन लगे तैनूं जदों कह ही दिता तेरा इशनान करवा देंगे फिर तुसीं किस गल की नाराजगी करते। मैं फिर आके अपने कमरे में बैठ गया। जदों 12:15 बजे का टाइम होया तो महापुरख मेरे कमरे के दरवाजे में आ गए। हौली ने आवाज़ दी बाबा जी बाहर आओ। असी बाहर निकले। जिहड़े पुरातन तुसीं नगर निवासी हो तुहानूं पता इत्थे एक हल्टी हुंदी सीगी, वो महापुरखों ने आप लवाई सी। हल्टी गेड़ के टैंकी भर के ਉਹਦੇ ਵਿੱਚ ਸਿੰਘ ਇਸ਼ਨਾਨ ਕਰਦੇ ਸਨ। महापुरख हल्टी ते मैनू लै आए तो आप हल्टी गेड़ी ते टैंकी भर दी ते मैनू कहन लगे लो बाबा जी जो थोड़े मन का पुरन है तुसीं कुंभ के मेले ते गंगा का इशनान करना चाहते सी, हुण इस टूटियां के जल नाल इशनान कर लो, थोड़े मन की इच्छा पूरी हो जाएगी। तो जदों महापुरखों ने बचन किया तो कहते मैं सोचिया भी ये कोई माड़ी मोटी गल तो है नहीं। महापुरख पूर्ण महापुरख ने मन साचा मुख साचा सोए
अवर न पेकै एकिस बिन कोई नानके लक्षण ब्रह्म ज्ञानी होए। इन्हां दे बचन अटालन। ते मैं कपड़े लाए, उस टूटियां दे जल नाल जदों मैं इशनान कीता, वो टूटियां दा जल जिहड़ा महापुरखां ने अपने कर कमलां दे नाल भरिया सी, ਉਹਦੇ ਨਾਲ ਇਸ਼ਨਾਨ ਕੀਤਾ। ਤੇ ਜਦੋਂ ਮੇਰੇ ਸਿਰ ਉੱਤੇ ਸਰੀਰ ਉੱਤੇ ਪਾਣੀ ਪਿਆ ਤੇ ਮੈਨੂੰ ਇਉਂ ਜਾਪਿਆ ਜਿਵੇਂ ਜਨਮਾਂ ਜਨਮਾਂ ਦੀ ਮੇਰੀ ਪਾਪਾਂ ਦੀ ਮੈਲ ਕੱਟੀ ਗਈ ਹੋਵੇ। ਤੇ ਜਦੋਂ ਮੈਂ ਇਹ ਕੌਤਕ ਦੇਖਿਆ ਤੇ ਮੈਂ ਹੈਰਾਨ ਹੋ ਗਿਆ ਤੇ ਮੈਂ ਸਮਝ ਗਿਆ ਗੰਗਾ ਜਮਨਾ ਗੋਦਾਵਰੀ ਸੁਰਸਤੀ ਤੇ ਕਰਹਿ ਉਦਮ ਤੂਰ ਸਾਧੂ ਕੀ ਤਾਈ किल विख मैल परे परे हमरे विच हमरी मैल साधु की धूर गुआई। महापुरखां दी महिमा तीर्थां नालों भी महान होंदी है। भगत कबीर जी दे बचन ने कहो कबीर हों पया उदास तीर्थ वड्डा के हर का दास। तीर्थ वड्डा हुंदा जां वाहिगुरू दा दास वड्डा हुंदा। लोकां नूं इस गल दा भरम है। लोकी कहंदे तीर्थां ते नहाउण दा ज़्यादा पुण्य हुंदा। महापुरख जंगम तीर्थ हुंदे ने, ਉਹਨਾਂ ਦੇ ਜਿੱਥੇ ਚਰਨ ਪੈ ਜਾਂਦੇ ਨੇ ਉੱਥੇ ਹੀ ਉਹ ਤੀਰਥ ਬਣ ਜਾਂਦਾ ਹੈ। ਹੁਣ ਇਹ ਗੁਰਦੁਆਰਾ ਸੱਚਖੰਡ ਇਹ ਵੀ ਤੀਰਥ ਹੀ ਬਣਿਆ ਹੋਇਆ। ਇਹ ਮਹਾਂਪੁਰਖਾਂ ਦੇ ਚਰਨ ਪਏ ਹੋਏ ਨੇ। ਇਸ ਵਾਸਤੇ ਮਹਾਂਪੁਰਖਾਂ ਨੇ ਉਹਨਾਂ ਦਾ ਫੁਰਨਾ ਪੂਰਾ ਕੀਤਾ ਤੇ ਕਹਿੰਦੇ ਮੇਰਾ ਤਨ ਵੀ ਕੰਚਨ ਵਰਗਾ ਤੇ ਮਨ ਵੀ ਫੁੱਲ ਵਾਂਗੂ ਹੌਲਾ ਹੋ ਗਿਆ। ਮਹਾਂਪੁਰਖਾਂ ਦੇ ਕਰ ਕਮਲਾਂ ਦੇ ਨਾਲ ਭਰੇ ਜਲ ਨਾਲ ਇਸ਼ਨਾਨ ਕਰਕੇ। ਤੇ ਫਿਰ ਮੈਂ ਸੋਚਿਆ ਵੀ ਹਾਂ ਇਹਨਾਂ ਮਹਾਂਪੁਰਖਾਂ ਦੇ ਪਰਮੇਸ਼ਰ ਦੀ ਕਿਰਪਾ ਹੈ। ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੀਂ, ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਹੇ। ਫਿਰ ਸੰਤ ਦਾਰ ਸਿੰਘ ਜੀ ਹਮੇਸ਼ਾ ਮਹਾਂਪੁਰਖਾਂ ਦੇ ਹੀ ਬਣ ਕੇ ਰਹਿ ਗਏ। ਭਾਵੇਂ ਜਥੇ ਵਿੱਚੋਂ ਚਲੇ ਵੀ ਗਏ ਤੇ ਬਾਅਦ ਵਿੱਚ ਵੀ ਜੋੜ ਮੇਲੇ ਦੇ ਸਮੇਂ 'ਤੇ ਗਾਹੇ ਅਵਗਾਹੇ ਇੱਥੇ ਮਹਾਂਪੁਰਖਾਂ ਦੇ ਚਰਨਾਂ ਵਿੱਚ ਅਸਥਾਨ 'ਤੇ ਹਾਜ਼ਰੀ ਭਰਨ ਆਉਂਦੇ ਰਹੇ। ਇਹ ਵੀ ਬਚਨ ਉਹਨਾਂ ਨੇ ਆਪਣੀ ਜ਼ੁਬਾਨੀ ਸੁਣਾਇਆ ਸੀ। ਸੋ ਦਾਸ ਕਿਉਂਕਿ ਸਾਡੇ ਪਾਸ ਹੋਰ ਵੀ ਵਿਦਵਾਨ ਟਕਸਾਲ ਦੇ ਮਹਾਂਪੁਰਖ ਜਿਵੇਂ ਕਿ ਸੰਤ ਗਿਆਨੀ ਪੂਰਨ ਸਿੰਘ ਜੀ ਦਿੱਲੀ ਵਾਲੇ, ਬੜੀ ਇਹਨਾਂ 'ਤੇ ਸਤਿਗੁਰੂ ਦੀ ਕਿਰਪਾ ਹੈ। ਮਹਾਂਪੁਰਖਾਂ ਨੇ ਅਸੀਸਾਂ ਦੇ ਕੇ ਇਹਨਾਂ ਨੂੰ ਕਥਾ ਸਿਖਾਈ। ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਵੀ ਉੱਥੇ ਕਥਾ ਦੀ ਸੇਵਾ ਨਿਭਾਉਂਦੇ ਰਹੇ। ਹੁਣ ਦਿੱਲੀ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਨੇ ਤੇ ਸਰਹੰਦ ਦੇ ਨੇੜੇ ਮਹਾਂਪੁਰਖਾਂ ਦੀ ਯਾਦ ਵਿੱਚ ਅਸਥਾਨ ਵੀ ਬਣਾ ਰਹੇ ਨੇ। ਉਹ ਵੀ ਇੱਥੇ ਪਹੁੰਚੇ ਹੋਏ ਨੇ। ਹੋਰ ਬੇਅੰਤ ਮਹਾਂਪੁਰਖ ਦਾਸ ਸਾਰਿਆਂ ਦੇ ਨਾਮ ਨਹੀਂ ਲੈ ਸਕਦਾ, ਉਹਨਾਂ ਨੇ ਵੀ ਹਾਜ਼ਰੀਆਂ ਭਰਨੀਆਂ ਨੇ। ਸੋ ਦਾਸ ਆਈਆਂ ਹੋਈਆਂ ਸੰਗਤਾਂ ਦਾ ਮਹਾਂਪੁਰਖਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹੈ। ਸੰਤ ਗਿਆਨੀ ਕਪੂਰ ਸਿੰਘ ਜੀ ਜੋ ਮੁੱਖ ਪ੍ਰਬੰਧਕ ਨੇ ਤੇ ਨਾਲ ਹੀ ਸਮੂਹ ਪ੍ਰਬੰਧਕ ਕਮੇਟੀ ਨਗਰ ਪੰਚਾਇਤ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਇੱਥੇ ਹੀ ਆਪਣੇ ਵਿਚਾਰਾਂ ਨੂੰ ਸੀਮਤ ਕਰਦਾ ਹੈ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ